इस बारे कहना चाहूँगी जी, मेरा बंदा ਵਿੱਚ ਸਿੱਟ ਕੇ ਚਲੇ ਗਏ ਕਿੰਨਾ ਵਿਚਾਰਦਾ ਜੀ। ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ। ਜਿਹੜੇ ਬਾਹਰੋਂ ਸੀਗੇ ਉਹ 20-25 ਮੁੰਡੇ ਸੀਗੇ ਜੋ ਨਸ਼ਾ ਪੱਤਾ ਬਹੁਤ ਕਰਿਆ ਹੋਇਆ। ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਰੋਜ਼ਾਨਾ ਹੀ ਦਾਗਦਾਰ ਹੁੰਦਾ ਹੈ। ਮਾੜੇ ਅਨਸਰਾਂ ਨਾਲ ਇਹਨਾਂ ਦੀ ਯਾਰੀ ਆਮ ਲੋਕਾਂ ਲਈ ਬਹੁਤ ਸਾਰੀਆਂ ਮੁਸੀਬਤਾਂ ਲੈ ਕੇ ਆਉਂਦੀ ਹੈ। ਪਰ ਦੁੱਖ ਦੀ ਗੱਲ ਇਹ ਕਿ ਸਰਕਾਰਾਂ ਵੀ ਇਹਨਾਂ ਨੂੰ ਨੱਥ ਪਾਉਣ ਵਿੱਚ ਨਾਕਾਮਯਾਬ ਸਿੱਧ ਹੋ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਕਮਿਸ਼ਨ ਦੇ ਇਹ ਬੇਬਸੀ ਭਰੇ ਬਿਆਨ ਹਨ। ਜਿੰਨਾ ਮੇਰਾ ਜੋ ਹੈਗਾ ਕਰ ਰਹੇ ਆ, ਪਰ ਹੁਣ ਇਸ ਤੋਂ ਉੱਪਰ ਮੈਂ ਕਰ ਹੀ ਕੁਛ ਨਹੀਂ ਸਕਦੀ। ਇੱਥੇ ਐਸਐਚਓ ਕੁਲਵੰਤ ਸਿੰਘ ਵੀ ਆ ਕੇ ਨਾ ਉਹ ਦਬਕੇ ਮਾਰ ਕੇ ਗਿਆ ਸੀਗਾ। ਤੁਸੀਂ ਐਕਸ਼ਨ ਨਹੀਂ ਲੈ ਸਕਦੇ? ਨਹੀਂ ਲੈ ਸਕਦੇ, ਪਾਵਰ ਪੂਰੀ ਪਾਵਰ ਨਹੀਂ ਆ। ਕਮਿਸ਼ਨ ਸਿਰਫ ਰਿਪੋਰਟ ਬਣਾ ਕੇ ਭੇਜ ਸਕਦਾ ਹੈ, ਪਰ ਉਸ ਨੂੰ ਮੰਨਣਾ ਸਰਕਾਰ ਦੀ ਮਰਜ਼ੀ ਤੇ ਨਿਰਭਰ ਕਰਦਾ ਹੈ। ਇਹ ਕਹਿਣਾ ਹੈ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਮੈਂਬਰ ਪਰਮਜੀਤ ਕੌਰ ਦਾ, ਜੋ ਕਿ ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਹਲਕੇ ਅਧੀਨ ਪੈਂਦੇ ਥਾਣਾ ਸੰਦੋੜ ਦੇ ਪਿੰਡ ਕਸਬਾ ਭਰਾਲ ਵਿੱਚ ਦਲਿਤਾਂ ਦੇ ਮਕਾਨ ਨੂੰ ਅੱਗ ਲਾ ਕੇ ਉਸ ਵਿੱਚ ਇੱਕ ਜਿੰਦਾ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਸਾੜਨ ਦੇ ਮਾਮਲੇ ਵਿੱਚ ਪੜਤਾਲ ਕਰਨ ਆਈ ਸੀ। ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਜੇਰੇ ਇਲਾਜ ਗੁਰਮੇਲ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਹੀ ਲੋਕਾਂ ਨੇ ਆਪਣੇ ਨਾਲ 15-20 ਬਾਹਰਲੇ ਵਿਅਕਤੀਆਂ ਨੂੰ ਲੈ ਕੇ ਘਰ ਨੂੰ ਅੱਗ ਲਾ ਦਿੱਤੀ। ਉਸ ਨੂੰ ਵੀ ਅੱਗ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸਨੇ ਕਿਹਾ ਕਿ ਉਸਨੇ ਉਸੇ ਦਿਨ ਹੀ ਸੰਦੋੜ ਪੁਲਿਸ ਨੂੰ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਘਟਨਾ ਤੋਂ ਤੀਸਰੇ ਦਿਨ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ, ਪਰੰਤੂ ਮੀਡੀਆ ਵਿੱਚ ਖਬਰਾਂ ਲੱਗਦਿਆਂ ਹੀ ਪ੍ਰਸ਼ਾਸਨ ਹਰਕਤ ਵਿੱਚ ਆਈ ਹੈ। ਇਸ ਮੌਕੇ ਮਲੇਰਕੋਟਲੇ ਪੁੱਜੇ ਕਮਿਸ਼ਨ ਦੇ ਮੈਂਬਰ ਮੈਡਮ ਪਰਮਜੀਤ ਕੌਰ ਨੂੰ ਜਦੋਂ ਇਸ ਮਾਮਲੇ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਇਸ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣਗੇ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਪਰ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਇਸ ਕਮਿਸ਼ਨ ਵੱਲੋਂ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਰਿਪੋਰਟ ਬਣਾ ਕੇ ਭੇਜੀ ਗਈ ਹੈ, ਪਰ ਕਿਸੇ ਵੀ ਮਾਮਲੇ ਵਿੱਚ ਕੋਈ ਪੁਖਤਾ ਕਾਰਵਾਈ ਨਹੀਂ ਹੋਈ, ਤਾਂ ਮੈਡਮ ਨੇ ਕਿਹਾ ਉਹ ਤਾਂ ਸਿਰਫ ਸਰਕਾਰ ਨੂੰ ਰਿਪੋਰਟ ਬਣਾ ਕੇ ਹੀ ਭੇਜ ਸਕਦੇ ਹਨ, ਉਸ ਤੇ ਅਮਲ ਕਰਨਾ ਤਾਂ ਸਰਕਾਰ ਦਾ ਹੀ ਕੰਮ ਹੈ। ਤੁਹਾਡੇ ਨਾਲ ਧੱਕਾ ਹੋਇਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਇਸ ਬਾਰੇ ਕਹਿਣਾ ਚਾਹੁੰਦੀ ਜੀ, ਮੇਰਾ ਬੰਦਾ ਵਿੱਚ ਸਿੱਟ ਕੇ ਚਲੇ ਗਏ ਕਿੰਨਾ ਵਿਚਾਰਦਾ ਜੀ। ਕੌਣ ਨੇ ਜੀ? ਉਹ ਪਤਾ ਨਹੀਂ ਜੀ ਕੌਣ ਸੀ, ਬਾਹਰੋਂ ਸੀ ਬੰਦੇ। ਨਹੀਂ ਉਰੇ ਹੁਣ ਜਿਹਨੇ ਅੱਗ ਲਾਈ ਹੈ ਤੁਸੀਂ ਰਿਪੋਰਟ ਕਿਹਨਾਂ ਤੇ ਦਰਜ ਕਰਵਾਈ ਹੈ ਜੀ? ਰਿਪੋਰਟ ਦਰਜ ਕਰਵਾਈ ਹੈ ਜੀ 4 ਬੰਦਿਆਂ ਤੇ। ਤਿੰਨ ਕੌਣ ਨੇ ਜੀ? ਇੱਥੇ ਆਪਣੇ ਪਿੰਡ ਦੇ ਹੀ ਹੈ ਜੀ। ਕੀ ਨਾਮ ਨੇ ਜੀ ਉਹਨਾਂ ਦੇ? ਉਹਦਾ ਨਾਮ ਹੈ ਜੀ ਦਰਸ਼ਨ ਸਿੰਘ। ਅੱਛਾ, ਸਾਡੇ ਨਾਲ ਜੋਰਾ ਸਿੰਘ ਜੀ ਜੁੜੇ ਨੇ। ਜੋਰਾ ਸਿੰਘ ਜੀ, ਕੀ ਸਾਰਾ ਮਸਲਾ ਹੈਗਾ ਇਹ ਜਿਹੜਾ ਅੱਜ ਪਿੰਡ ਕਸਬਾ ਭਰਾਲ ਵਿਖੇ ਅੱਗ ਲਾਈ ਹੈ ਕਿਸੇ ਦੀ ਝੋਪੜੀ ਨੂੰ? ਤੁਸੀਂ ਸਾਰਾ ਦੱਸੋਗੇ ਇਸ ਬਾਰੇ? ਇਹ ਜੀ ਮੇਰੇ ਕੱਲ ਧਿਆਨ ਚ ਆਇਆ ਸੀਗਾ। ਕੱਲ ਮੈਂ ਉਸ ਟਾਈਮ ਉਹਦੇ ਹਸਪਤਾਲ ਚ ਗਿਆ ਵੀ ਆਹ ਜਿਹੜੀ ਜਗ੍ਹਾ ਤੇ ਖੜੇ ਆ ਜੀ, ਇਹਦੇ ਉੱਤੇ ਤਕਰੀਬਨ 15 ਸਾਲ ਤੋਂ ਪਹਿਲਾਂ ਇਹ ਬੰਦੇ ਜੋ ਰਹਿ ਰਹੇ ਨੇ, ਗੁਰਮੇਲ ਸਿੰਘ ਵਗੈਰਾ ਇਹਦਾ ਜੋ ਪਰਿਵਾਰ ਹੈ, ਇਹਨਾਂ ਨੇ ਇੱਥੇ ਜਿਹੜਾ ਆਪਣਾ ਮਕਾਨ ਬਣਾ ਕੇ, ਇਹਨੂੰ ਝੌਂਪੜੀ ਨਹੀਂ ਕਿਹਾ ਜਾ ਸਕਦਾ, ਮਕਾਨ ਹੈ, ਤੇ ਇਹ ਮਕਾਨ ਬਣਾ ਕੇ ਇੱਥੇ ਰਹਿ ਰਹੇ ਸੀ, ਜਿਹਦੇ ਵਿੱਚ ਆਲੇ ਦੁਆਲੇ ਇਹਨਾਂ ਦੇ ਡੰਗਰ ਵੀ ਪਾਏ ਸੀ ਤੇ ਚੂਰ ਵੀ ਪਾਈ ਹੋਈ ਸੀ। 15 ਸਾਲ ਤੋਂ ਜਦੋਂ ਇੱਥੇ ਰਹਿ ਰਹੇ ਨੇ, ਇਹਨਾਂ ਦੇ ਇਹਦੇ ਵਿੱਚ ਪਿਛਲੇ 2 ਸਾਲਾਂ ਤੋਂ ਜੋ ਇਹਨਾਂ ਦੇ ਦੱਸਣ ਮੁਤਾਬਕ ਮੌਜੂਦਾ ਪੰਚ ਸ਼ਮਸ਼ੇਰ ਸਿੰਘ, ਉਹਦਾ ਪਰਿਵਾਰ ਤੇ ਇਹਨਾਂ ਨੂੰ 2 ਸਾਲਾਂ ਤੋਂ ਕਹਿ ਰਹੇ ਸੀ ਵੀ ਜਗ੍ਹਾ ਛੱਡੋ। ਇਹਨਾਂ ਨੇ ਇਹਦੇ ਬਾਅਦ ਸਬੰਧ ਦੇ ਵਿੱਚ ਥਾਣੇ 'ਚ ਦੋਨਾਂ ਤਰ੍ਹਾਂ ਦੀਆਂ ਰਿਪੋਰਟਾਂ ਗਈਆਂ ਹੋਈਆਂ ਸੀ। ਦੋਨਾਂ ਤਰ੍ਹਾਂ ਦੇ ਵਿੱਚ ਫੈਸਲੇ ਕਈ ਵਾਰੀ ਹੋ ਚੁੱਕੇ ਸੀਗੇ ਕਿ ਬਈ ਇੱਥੇ ਜਿਹੜਾ ਇਹਦੀ ਮਿਹਨਤੀ ਕਰਾਓ, ਜਿਹਦੇ ਹੱਕ ਵਿੱਚ ਹੋਊਗਾ ਉਹਦੇ ਵਿੱਚ ਇਹ ਛੱਡ ਦੇਵਾਂਗੇ। ਉਸ ਤੋਂ ਬਾਅਦ ਦੂਸਰੀ ਧਿਰ ਨੇ ਇੱਕ ਕੋਰਟ ਕੇਸ ਵੀ ਲਾਇਆ ਹੋਇਆ ਹੈ। ਉਸ ਤੋਂ ਬਾਅਦ ਇੱਥੇ ਜੋ ਰਿਪੋਰਟ ਆਉਣ ਤੋਂ ਬਾਅਦ ਕੱਲ ਜੋ ਇਹਨਾਂ ਨੇ ਮੈਨੂੰ ਦੱਸਿਆ, ਇੱਥੇ ਐਸਐਚਓ ਕੁਲਵੰਤ ਸਿੰਘ ਵੀ ਆ ਕੇ ਨਾ ਉਹ ਦਬਕੇ ਮਾਰ ਕੇ ਗਿਆ ਸੀਗਾ। ਇਹਨਾਂ ਨੇ 7/11/2020 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਸੀ, ਜਿਸ ਦੀ ਇਨਕੁਆਇਰੀ ਐਸਪੀ ਸਾਹਿਬ ਕਰ ਰਹੇ ਸੀਗੇ। ਐਸਪੀ ਸਾਹਿਬ ਨੇ ਵੀ ਇਹਨਾਂ ਧਿਰਾਂ ਨੂੰ ਬੁਲਾ ਕੇ ਇਹੀ ਕਿਹਾ ਸੀਗਾ ਵੀ ਜਿਹੜਾ ਇੱਥੇ ਇਹ ਕੋਈ ਕਲ ਚੱਲਦਾ, ਜਿੰਨਾ ਚਿਰ ਤੁਹਾਡਾ ਕੋਰਟ ਕੇਸ ਚੱਲਦਾ ਹੈ ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰੂਗਾ। ਪਰ ਦੁੱਖ ਦੀ ਗੱਲ ਇਹ ਹੈ ਵੀ ਐਸਪੀ ਸਾਹਿਬ ਨੇ ਤਾਜ਼ਾ ਹੀ ਇਹ ਦੱਸਿਆ ਤੇ ਉਦੋਂ ਬਾਅਦ ਹੀ ਆਹ 23 ਤਰੀਕ ਨੂੰ ਇਹ ਮਸਲਾ ਹੋ ਰਿਹਾ। ਇਹਦਾ ਮਤਲਬ ਵੀ ਗਾਹਾਂ ਦੀ ਗਾਹਾਂ ਕਿਸੇ ਨਾ ਕਿਸੇ ਨੇ ਸ਼ਾਇਦ ਤਾਂ ਹੋਇਆ ਹੈ। ਇਹਦੀ ਜੇ ਮੈਂ ਇਹੀ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਬਈ ਇਹਦੀਆਂ ਪਿਛਲੀਆਂ ਰਿਪੋਰਟਾਂ ਤੋਂ ਲੈ ਕੇ ਸਾਰੀ ਇਨਕੁਆਇਰੀ ਕੀਤੀ ਜਾਵੇ। ਜੋ ਪੁਲਿਸ ਨੂੰ ਇਹਨਾਂ ਨੇ ਜੋ ਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਸੀ ਉਹਦੇ ਵਿੱਚ ਕੀ ਹੋਇਆ ਸੀ, ਉਹਦੀਆਂ ਦਰਖਾਸਤਾਂ ਦੇ ਵਿੱਚ ਇਨਕੁਆਇਰੀ ਕੀਤੀ ਜਾਵੇ। ਉਹਦੇ ਵਿੱਚ ਸਾਨੂੰ ਇਹ ਵੀ ਕਲੀਅਰ ਕਰਨਾ ਚਾਹੀਦਾ ਕਿ ਵੀ ਜਦੋਂ ਐਸਪੀ ਸਾਹਿਬ ਨੇ
ਤਾਜ਼ੇ ਫੈਸਲੇ 'ਚ ਕਿਹਾ ਗਿਆ ਵੀ ਇੱਥੇ ਕੋਈ ਉਹ ਨਹੀਂ ਕਰੂਗਾ, ਤਾਂ ਇਹਦਾ ਮਤਲਬ ਬਿਨਾਂ ਮਿਲੀ ਭੁਗਤ ਤੋਂ ਦਾ ਇਹ ਕੰਮ ਹੋ ਨਹੀਂ ਹੋ ਸਕਦਾ ਨਹੀਂ ਹੈ। ਇਹ ਕਹਿੰਦੇ ਜਗ੍ਹਾ ਸਾਡੀ ਆ। ਮੈਂ ਕਿਹਾ ਜੀ ਜਗ੍ਹਾ ਤੁਹਾਡੀ ਆ, ਤੁਸੀਂ ਕਢਾ ਲਓ। ਮੈਂ ਸਾਡੀ ਜਗ੍ਹਾ ਗਰੀਬ ਆਦਮੀ ਆ, ਮੈਂ ਹੁਣ ਕਿੰਨਾ ਪੱਤ ਪਾਇਆ, ਕਿੱਥੇ ਜਾਊਂ। ਚਲ ਜੇ ਤਾਂ ਨਹੀਂ ਕਢਾਈ ਨਾ ਕਰੇ, ਸਾਡੀ ਆ। ਥਾਣੇਦਾਰ ਸਾਹਿਬ ਆਏ, ਇਹਨਾਂ ਨੇ ਤਾਂ ਕਹਿੰਦੀ ਚੋਰ ਬਹੁਤ ਦਿੱਤੀਆਂ ਕਿੱਥੋਂ ਦੇ ਸਲਾਹ ਸੰਦੌੜ ਦੇ? ਸਲਾਹ ਅੱਛਾ, ਕੀ ਨਾਮ ਆ ਉਹਨਾਂ ਦਾ? ਉਹਨਾਂ ਨੇ ਕੀ ਕੀਤਾ, ਕੋਈ ਕਾਰਵਾਈ ਕੀਤੀ? ਕਹਿੰਦੇ ਜੀ ਤੁਹਾਨੂੰ ਕਹਿੰਦੇ ਐਂ ਕਰੋ, ਬਾਹਰ ਕੱਢੋ, ਤੁਹਾਡਾ ਸਮਾਨ ਬਾਹਰੋਂ ਡੰਗਰ ਖੋਲ ਦਿਓ। ਫਿਰ ਅਕਸਰ ਨੂੰ ਖਲਾਈ ਦਿੱਤੀ ਉਹਨੇ ਡੰਗਰ ਜੀ ਸਾਡੇ। ਅੱਛਾ, ਹਾਂਜੀ, ਉਹਦੇ ਇਹਨਾਂ ਨੇ ਕੋਈ ਸਾਡੇ ਤੇ ਪਹਿਲਾਂ ਕੋਈ ਨਹੀਂ ਗਿਆ ਸਾਡੇ ਦੇ ਮੌਕਾ ਦੇਖ। ਤਾਂ ਫਿਰ ਇਹ ਆਏ ਨੇ ਜੀ, ਫਿਰ ਬਾਅਦ ਚ ਗਏ ਅੱਛਾ ਤੁਸੀਂ ਹਾਂਜੀ। ਫਿਰ ਇਹਨਾਂ ਨੇ ਫੋਨ ਫਾਨ ਕਰਿਆ, ਫਿਰ ਗਏ ਨੇ ਜੀ। ਉੱਥੇ ਮੈਂ ਇਕੱਲਾ ਸੀਗਾ ਜੀ, ਘਰੇ ਪੱਠੇ ਦੇ ਕੰਮ ਕਰਦਾ, ਮਜ਼ਦੂਰ ਬੰਦਾ। ਮੈਨੂੰ ਫੋਨ ਕਰਿਆ ਲੜਕੀ ਨੇ, ਕਹਿੰਦਾ ਜੀ ਘਰੇ ਆਓ, ਬੰਦੇ ਆ ਗਏ ਬਹੁਤ ਜ਼ਿਆਦਾ। ਜਦੋਂ ਮੈਂ ਆਇਆ ਮੈਂ ਕਿਹਾ ਯਾਰ ਇਹ ਕੀ ਕਰਦੇ ਹੋ ਤੁਸੀਂ, ਵੀ ਬਹਿ ਕੇ ਗੱਲ ਕਰ ਲਓ ਮੇਰੇ ਨਾਲ। ਉਹਨਾਂ ਨੇ 20 ਤੁਸੀਂ ਪਛਾਣਦੇ ਹੋ ਬੰਦੇ ਕੌਣ ਸੀ? ਮੁੰਡੇ ਬਾਹਰੋਂ ਸੀਗੇ ਜੀ। ਇਹ ਇਹ ਪਛਾਣਦਾ ਜੀ, ਇਹ ਬੰਦਿਆਂ ਨੂੰ ਪਛਾਣਦਾ। ਅੱਛਾ, ਇਹਨਾਂ ਨੂੰ ਜਿਹੜੇ ਪਿੰਡ ਦੇ ਸੀ? ਹਾਂਜੀ ਹਾਂਜੀ, ਜ਼ਿਮੀਦਾਰ ਆ ਜੀ। ਅੱਛਾ, ਇਹਨਾਂ ਨੂੰ ਪਛਾਣਦਾ ਜੀ। ਕੀ ਨਾਮ ਉਹਨਾਂ ਦਾ ਜੀ? ਦਰਸ਼ਨ ਸਿੰਘ ਆ ਜੀ ਇੱਕ ਦਾ ਨਾਂ, ਉਹਦਾ ਮੁੰਡਾ ਕਾਲੂ ਆ। ਇੱਕ ਦਰਸ਼ਨ ਸਿੰਘ, ਜਗਦੀਪ ਸਿੰਘ ਦਾ ਮਜਬੀ ਸਿੰਘ ਆ ਜੀ। ਇੱਕ ਸ਼ੇਰ ਸਿੰਘ ਆ ਜਿਹੜਾ ਉਹ ਮੌਜੂਦਾ ਪੰਚਾਇਤ ਮੈਂਬਰ ਆ। ਤੇ ਬਾਕੀ ਹੋਰ ਤਾਂ ਕੋਈ ਬੰਦਾ ਹੈ ਨਹੀਂ ਸੀਗਾ ਜੀ। ਬਾਕੀ ਜਿਹੜੇ ਬਾਹਰੋਂ ਸੀਗੇ ਉਹ 20-25 ਮੁੰਡੇ ਸੀਗੇ ਜੋ ਨਸ਼ਾ ਪੱਤਾ ਬਹੁਤ ਕਰਿਆ ਹੋਇਆ। ਉਹ ਦਰਸ਼ਨ ਸਿੰਘ ਦੇ ਘਰੇ ਬੈਠੇ ਸੀਗੇ ਜੀ। ਦਰਸ਼ਨ ਸਿੰਘ ਮਜਬੀ ਸਿੰਘ ਆ ਜੀ ਜਿਹੜਾ। ਅੱਛਾ, ਹਾਂਜੀ, ਉਹਨਾਂ ਨਾਲ ਰਲਿਆ ਹੋਇਆ? ਹਾਂਜੀ ਹਾਂਜੀ, ਉਹਨਾਂ ਨਾਲ ਰਲਿਆ ਹੋਇਆ ਜੀ। ਜਦੋਂ ਉੱਥੋਂ ਗਏ ਆ ਜੀ, ਇੱਥੋਂ ਕੁੱਟ ਮਾਰ ਕੇ ਫਿਰ ਉਹਨਾਂ ਦੇ ਘਰੇ ਵੜਿਆ ਜਾ ਕੇ। ਅੱਛਾ, ਹਾਂਜੀ, ਪੁਲਿਸ ਬਾਅਦ ਚ ਆਈ ਆ? ਪੁਲਿਸ ਤਾਂ ਜੀ ਦੂਜੇ ਦਿਨ ਗਈ ਆ ਜੀ। ਅੱਛਾ, ਪੁਲਿਸ ਉਸ ਟਾਈਮ ਨਹੀਂ ਆਇਆ? ਨਹੀਂ ਜੀ, ਨਹੀਂ ਜੀ, ਕੋਈ ਨਹੀਂ ਗਿਆ, ਦੂਜੇ ਦਿਨ ਗਈ ਹੈ। ਤੀਜੇ ਦਿਨ ਗਏ। ਹਾਂਜੀ, ਤੀਜੇ ਦਿਨ। ਹਾਂ ਤੀਜੇ ਦਿਨ। ਤੇ ਇਹ ਘਰ ਫਿਰ ਹਸਪੀਟਲ ਕੌਣ ਲੈ ਕੇ ਆਇਆ ਇਹਨੂੰ? ਮੇਰਾ ਭਾਈ ਲੈ ਗਿਆ ਇਹਦਾ ਭਾਈ ਲੈ ਗਿਆ ਜੀ। ਇਹ 2:30 ਵਜੇ ਲੈ ਗਿਆ, 3 ਵਜੇ ਜਾ ਕੇ ਇਹਨਾਂ ਨੇ ਥਾਣੇ ਰਿਪੋਰਟ ਵੀ ਦਿੱਤੀ ਆ। ਉਹਨਾਂ ਨੇ ਇਹਦੀ ਘਰ ਵਾਲੀ ਨੇ ਵੀ। ਜ਼ਮੀਨ ਦਾ ਪੱਟੀਆਂ ਜੋ ਬੰਦਾ ਸੁਸਾਈਡ ਵੀ ਕਰ ਗਿਆ, ਚਾਹੇ ਜਿਵੇਂ ਮਰਜ਼ੀ ਕਰ ਗਿਆ, ਪਰ ਉਹ ਰੋਲਾ ਜਿਹੜਾ ਸੀਗਾ ਜ਼ਮੀਨ ਦਾ ਜਮਾ ਬੰਦੀਆਂ ਨੂੰ ਦੇਖ ਕੇ ਕਰਨਾ। ਤੁਸੀਂ ਪ੍ਰਸ਼ਾਸਨ ਨੂੰ ਕਿਹਾ, ਨਹੀਂ ਉਹ ਸਾਨੂੰ ਤਹਿਸੀਲਦਾਰ ਨੂੰ ਵੀ ਕਿਹਾ, ਪਰ ਉਹਦੀ ਰਿਪੋਰਟਾਂ ਨਹੀਂ ਜਾਂਦੀਆਂ। ਰਿਪੋਰਟਾਂ ਦੇ ਬਾਅਦ ਅਮਲ ਨਹੀਂ ਹੁੰਦਾ। ਇਸੇ ਤਰ੍ਹਾਂ ਪੁਲਿਸ ਦਾ ਕੰਮ ਹੈ। ਇਹ ਕਦੋਂ ਤੱਕ ਇਦਾਂ ਦੇ ਕੰਮ ਚੱਲਣਗੇ? ਤਾਂ ਕਮਿਸ਼ਨ ਕੀ ਕਰੂਗੀ? ਨਹੀਂ, ਕਮਿਸ਼ਨ ਤਾਂ ਦੇਖੋ ਐਡਮਿਨਿਸਟ੍ਰੇਸ਼ਨ ਵੀ ਕਰ ਰਿਹਾ, ਆਪਣੀ ਜੋ ਕਾਰਵਾਈ ਇਹਨਾਂ ਨੇ ਕਰਨੀ ਆ ਉਹ ਕਰ ਰਹੇ ਆ। ਅਸੀਂ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਸੇ ਵੇਲੇ ਅਸੀਂ ਰਿਪੋਰਟ ਤਿਆਰ ਕਰਕੇ ਇਹਨਾਂ ਨੂੰ ਭੇਜਤੀ ਸੀ ਵੀ ਤੁਸੀਂ ਨਿਸ਼ਾਨਦੇਹੀ ਕਰਵਾ ਕੇ ਤੇ ਸਾਰਾ ਕਰੋ। SC ਐਕਟ ਵੀ ਲਵਾਤਾ ਸੀਗਾ। ਤੇ ਉਸ ਤੋਂ ਬਾਅਦ ਉਹ ਸੁਸਾਈਡ ਕਰਕੇ, ਸਾਨੂੰ ਨਹੀਂ ਪਤਾ ਵੀ ਕਿਵੇਂ ਸੁਸਾਈਡ ਹੋਇਆ, ਕੀ ਹੋਇਆ। ਕਾਰਵਾਈ ਪੂਰੀ ਕੀਤੀ ਆ, ਅਸੀਂ ਰਿਪੋਰਟਾਂ ਉਹਨਾਂ ਕੋਲ ਪਹੁੰਚੀਆਂ ਨੇ, ਉਹਨਾਂ ਨੇ ਨਿਸ਼ਾਨਦੇਹੀ ਕਰਵਾਈ ਆ। ਜਿੰਨੇ ਬੰਦਿਆਂ ਦੇ ਤੁਸੀਂ ਰਿਪੋਰਟਾਂ ਮੰਗ ਰਹੇ ਹੋ, ਉਹਦੇ ਬਾਅਦ ਜਿਹੜੇ ਰਿਪੋਰਟਾਂ ਨਹੀਂ ਅਮਲ ਹੋ ਰਿਹਾ, ਕਿੰਨੇ ਕੁ ਅਫਸਰਾਂ ਦੇ ਖਿਲਾਫ ਤੁਸੀਂ ਕਾਰਵਾਈ ਕੀਤੀ ਹੈ ਹੁਣ ਤੱਕ? ਅਸੀਂ ਕਾਰਵਾਈ ਜਿੰਨੀ ਕੁ ਕਰ ਸਕਦੇ ਹਾਂ ਉਨੀ ਕੀ ਕਰ ਸਕਦੇ ਹਾਂ, ਕਿਉਂਕਿ ਸਾਡੇ ਵੀ ਹੱਥ ਬੰਨੇ ਹੋਏ ਆ। ਸਾਨੂੰ ਪੂਰੀ ਜੇ ਤਾਂ ਹੋਵੇ ਨਾ ਵੀ ਪੂਰਾ ਸਾਨੂੰ ਵੀ ਤੁਸੀਂ ਕਰ ਸਕਦੇ ਹੋ, ਖੁੱਲੀ ਛੁੱਟੀ ਦੇ ਦੇਣ, ਫਿਰ ਤਾਂ ਅਸੀਂ ਕਰ ਸਕਦੇ ਹਾਂ। ਤੁਸੀਂ ਵੀ ਤੁਹਾਡੇ ਸਰਕਾਰ ਨੇ ਤੁਹਾਨੂੰ, ਸਰਕਾਰ ਨੇ ਨਹੀਂ ਬੰਨਿਆ ਹੋਇਆ, ਪਾਵਰਾਂ ਕੁਛ ਦਿੱਤੀਆਂ ਹੋਈਆਂ? ਹਾਂਜੀ ਹਾਂ, ਮੰਨਦੇ ਹੋ ਕੁਝ ਪਾਵਰਾਂ ਦਿੱਤੀਆਂ ਹੋਈਆਂ ਨੇ? ਤੁਹਾਨੂੰ ਫੁੱਲ ਪਾਵਰਾਂ ਨਹੀਂ ਹੈਗੀਆਂ? ਫੁੱਲ ਪਾਵਰਾਂ ਨਹੀਂ ਹੈਗੀਆਂ ਸਾਡੇ ਕੋਲ। ਹਾਂਜੀ, ਤੁਸੀਂ ਐਕਸ਼ਨ ਨਹੀਂ ਲੈ ਸਕਦੇ? ਨਹੀਂ ਲੈ ਸਕਦੇ, ਪਾਵਰ ਪੂਰੀ ਪਾਵਰ ਨਹੀਂ ਆ। ਰਿਕਮੈਂਡੇਸ਼ਨ ਕਰ ਸਕਦੇ ਆ, ਅਸੀਂ ਰਿਕਮੈਂਡ ਕਰ ਦਿੰਦੇ ਆ। ਜਿਹੜੇ ਵੀ ਅਫਸਰ ਨੂੰ ਹੁਣ ਰਿਕਮੈਂਡ ਕਰ ਸਕਦੇ ਆ, ਉਸ ਤੋਂ ਉੱਪਰ ਅਸੀਂ ਕੁਝ ਕਰ ਨਹੀਂ ਸਕਦੇ। ਫਿਰ ਉਹ ਤਾਂ ਤੁਹਾਡਾ ਕਹਿਣ ਦਾ ਮਕਸਦ ਇਹ ਹੋ ਗਿਆ ਮੈਂਬਰ ਸਾਹਿਬ ਵੀ ਤੁਸੀਂ ਕਿਸੇ ਨੂੰ ਸਿਫਾਰਿਸ਼ ਕਰ ਸਕਦੇ ਹੋ, ਕਿਉਂਕਿ ਮੰਨਣਾ ਨਾ ਮੰਨਣਾ ਉਸ ਅਧਿਕਾਰੀ ਦੀ ਮਰਜ਼ੀ ਹੈ। ਬਿਲਕੁਲ ਹਾਂਜੀ, ਅਸੀਂ ਸਿਫਾਰਿਸ਼ ਹੀ ਕਰ ਸਕਦੇ ਹਾਂ, ਰਿਕਮੈਂਡ ਕਰ ਦਿੰਦੇ ਆ। ਅੱਗੋਂ ਉਹਨਾਂ ਨੇ ਹੁਣ ਕਰਨਾ ਤਾਂ ਉਹਨਾਂ ਨੇ ਹੀ ਆ ਨਾ। ਫਿਰ ਉਹੀ ਇਸ ਦਾ ਮਤਲਬ ਹੈ ਵੀ ਜੋ ਕਮਿਸ਼ਨ ਦੀਆਂ ਪਾਵਰਾਂ ਇਨਸਾਫ ਮਿਲਣ ਦੀ ਜਿਹੜੀ ਗੁਹਾਰ ਲਾ ਰਿਹਾ ਕਮਿਸ਼ਨ ਕੋਲੇ, ਕਿਸੇ ਕੋਲੇ ਵੀ ਲਾ ਰਿਹਾ ਹੈ, ਉਹਨੂੰ ਫਿਰ ਇਨਸਾਫ ਤਾਂ ਮਿਲਦਾ ਹੀ ਨਾ। ਉਹ ਤਾਂ ਨਿਚਲੀ ਸੱਤਾ ਦੇ ਜਿਵੇਂ ਹੁਣ ਇਹਦੇ ਨਾਲ ਹੋਇਆ ਵਿਚਾਰੇ ਨਾਲ, ਉਵੇਂ ਫੇਰ ਰਹਿ ਜੂਗਾ। ਤਾਂ ਅਸੀਂ ਤਾਂ ਆਪ ਕਹਿੰਦੇ ਸਾਡੇ ਕੋਲ ਪਾਵਰ ਹੋਵੇ ਅਸੀਂ ਕੁਝ ਕਰ ਸਕਦੇ ਹਾਂ। ਹੁਣ ਨਹੀਂ, ਰਿਕਮੈਂਡ ਕਰਕੇ ਕੀ ਕਰ ਸਕਦੇ ਹਾਂ ਅਸੀਂ? ਇੱਥੇ ਅੱਗੇ ਭੇਜ ਦਿੰਦੇ ਹਾਂ, ਅੱਗੇ ਫਿਰ ਉਸੇ ਤਰ੍ਹਾਂ ਚੱਲਦਾ ਰਹਿੰਦਾ। ਇਹ ਪਾਵਰ ਸਾਨੂੰ ਪੂਰੀ ਫੁੱਲ ਪਾਵਰ ਮਿਲੇ, ਫਿਰ ਅਸੀਂ ਕਰ ਸਕਦੇ ਹਾਂ। ਪੂਰੀ ਜਿਹੜਾ ਮਲੇਰਕੋਟਲਾ ਹਲਕਾ ਜੀ ਖਾਸ ਕਰਕੇ ਇਹਦੇ ਵਿੱਚ ਜਿਹੜੀ ਪੁਲਿਸ ਹੈ, ਪੰਜਾਬ ਪੁਲਿਸ ਖਾਸ, ਇਹ ਬੇਲਗਾਮ ਹੋਈ ਵੀ ਹੈ ਜੀ। ਇੱਥੇ ਕੋਈ ਵੀ ਦਲਤਾਂ ਦੀ ਸੁਣਵਾਈ ਨਹੀਂ ਹੋ ਰਹੀ ਜੀ। ਇੱਥੇ ਸਭ ਤੋਂ ਵੱਧ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਮਲੇਰਕੋਟਲੇ ਸਬ ਡਿਵੀਜ਼ਨ 'ਚ, ਜਿਹਦਾ ਕਿ ਕਿੰਨੇ ਵਾਰੀ ਮੇਰੇ ਖਿਆਲ ਤੁਸੀਂ ਵੀ ਬਹੁਤ ਵਾਰੀ ਆ ਗਏ। ਕਮਿਸ਼ਨ ਦਾ ਪੂਰਾ ਡਿਵੀਜ਼ਨ 3 ਮੈਂਬਰੀ ਬੈਂਚ ਕਿੰਨੇ ਵਾਰੀ ਆ ਗਿਆ, 4-5 ਵਾਰੀ ਆ ਗਏ ਜੀ। ਪਰ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਜਿਹੜੀ ਆਪਾਂ ਕਹਿੰਦੇ ਪੁਖਤਾ ਨਤੀਜਾ ਨਹੀਂ ਸਾਹਮਣੇ ਆਇਆ ਜੀ ਹਜੇ ਤੱਕ ਜੀ। ਨਹੀਂ, ਅਸੀਂ ਤਾਂ ਹੁਣ ਪੂਰੀ ਮੈਂ ਕਹਿੰਦੀ ਹਾਂ, ਮੈਂ ਜਿੰਨਾ ਲੱਗੀ ਹੋਈ ਆ ਨਾ, ਰਿਸਪੌਂਸਿਬਿਲਿਟੀ ਮੈਂ ਲਈ ਹੋਈ ਆ।
ਤੇ ਮੈਂ ਆਪਣੇ ਆਪ ਜਿੰਨਾ ਮੇਰਾ ਜ਼ੋਰ ਹੈਗਾ ਕਰ ਰਹੀ ਹਾਂ, ਪਰ ਹੁਣ ਇਸ ਤੋਂ ਉੱਪਰ ਮੈਂ ਕਰ ਹੀ ਕੁਝ ਨਹੀਂ ਸਕਦੀ। ਸੰਦੌੜ ਪੁਲਿਸ ਮੈਡਮ ਜੀ ਪਹਿਲਾਂ ਵੀ ਸੁਰਖੀਆਂ 'ਚ ਰਹੀ ਹੈ, ਇੱਕ ਦਲਿਤ ਬੰਦੇ ਨੂੰ ਪੁਲਿਸ ਹਿਰਾਸਤ 'ਚ ਕੁੱਟਿਆ, ਤੁਹਾਨੂੰ ਵੀ ਜਾਣਕਾਰੀ ਹੈ ਉਹਦੀ। ਪਰ ਆ ਵੀ ਜਿਹੜੀ SHO ਸੰਦੌੜ ਦੀ ਹੋਣ ਵਾਲੇ ਦੀ ਕਤਾਹੀ ਹੈ ਜੀ, ਇਹਦੇ ਵਿੱਚ ਤੁਸੀਂ ਕੀ ਮਤਲਬ ਉਹਦੇ ਖਿਲਾਫ ਐਕਸ਼ਨ ਲਵੋਗੇ ਜੀ SHO ਸੰਦੌੜ ਦੇ ਖਿਲਾਫ ਜੀ? SC ਐਕਟ ਤਾਂ ਉਹਨਾਂ ਤੇ ਵੀ ਬਣਦਾ ਫਿਰ। ਸਦੀਨ ਸਾਹਿਬ, ਜਿਹੜਾ ਇਹ ਕਸਬਾ ਭਰਾਲ ਦਾ ਮਾਮਲਾ ਹੋਇਆ ਜੀ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਔਰ ਅੱਜ ਮਲੇਰਕੋਟਲਾ ਵਿਖੇ ਮਾਨਯੋਗ ਕਮਿਸ਼ਨ ਦੇ ਮੈਂਬਰ ਸਾਹਿਬਾਨ ਅੱਜ ਆਏ ਹੈ ਮੌਕਾ ਦੇਖਣ ਵਾਸਤੇ ਔਰ ਪੇਸ਼ੈਂਟ ਨੂੰ ਵੀ ਅੱਜ ਮਿਲ ਲਿਆ ਤੇ ਜੋ ਵੀ ਪੜਤਾਲ ਹੋਏਗੀ ਔਰ ਜੋ ਵੀ ਮਾਨਯੋਗ ਕਮਿਸ਼ਨ ਦੇ ਹੁਕਮ ਹੋਣਗੇ ਉਹਨਾਂ ਦੀ ਪਾਲਣਾ ਕੀਤੀ ਜਾਏਗੀ। ਇਹ ਪਰਿਵਾਰ ਵੱਲੋਂ ਇੱਕ ਮਤਲਬ ਕਿ ਜਿਹੜਾ ਪ੍ਰਸ਼ਾਸਨ ਦੇ ਉੱਤੇ ਗੰਭੀਰ ਦੋਸ਼ ਲਾਇਆ ਵੀ ਉਸੇ ਦਿਨ ਦਰਖਾਸਤ ਦਿੱਤੀ, ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਤੀਸਰੇ ਦਿਨ ਜਾ ਕੇ ਹਰਕਤ 'ਚ ਆਇਆ ਮੀਡੀਆ ਦੇ ਵਿੱਚ ਖਬਰਾਂ ਲੱਗਣ ਦੇ ਨਾਲ। ਮਤਲਬ ਇਹ ਕਿੱਥੇ, ਇਹਦੇ ਵਿੱਚ ਕੀ ਘਾਟ ਹੈ ਜੀ? ਤੁਸੀਂ ਮਤਲਬ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਕੀ ਪਤਾ ਇਸ ਚੀਜ਼ ਦੀ ਪੜਤਾਲ ਚੱਲ ਰਹੀ ਹੈ ਔਰ ਅਸੀਂ ਮੌਕੇ 'ਤੇ ਹੀ ਚੱਲ ਰਹੇ ਹਾਂ। ਮਾਨਯੋਗ ਕਮਿਸ਼ਨ ਦੇ ਨਾਲ ਮੌਕਾ ਹੀ ਦੇਖਣ ਜਾ ਰਹੇ ਹਾਂ ਅਸੀਂ ਕਸਬਾ ਭਰਾਲ 'ਚ, ਤੇ ਜੋ ਵੀ ਨੈਗਲੀਜੈਂਸ ਸਾਹਮਣੇ ਆਏਗੀ, ਜੋ ਵੀ ਆਏਗਾ ਮਾਨਯੋਗ ਕਮਿਸ਼ਨ ਦਾ ਜੋ ਵੀ ਹੁਕਮ ਹੋਏਗਾ ਉਹਦੀ ਅਸੀਂ ਪਾਲਣਾ ਕਰਾਂਗੇ ਤੇ ਮਾਨਯੋਗ DC ਸਾਹਿਬ ਨੂੰ ਅਸੀਂ ਲਿਖ ਕੇ ਭੇਜਾਂਗੇ। ਸੈਕਿੰਡ ਘਟਨਾ ਜੀ ਪਿੰਡ ਕਸਬੇ ਭਰਾਲ ਦੀ। ਕਸਬੇ ਭਰਾਲ ਦੇ ਵਿੱਚ ਇਹ ਦੂਸਰੀ ਘਟਨਾ ਦਲਤਾਂ ਦੇ ਉੱਤੇ ਜ਼ੁਲਮ ਦੀ। ਦੋ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਥਾਣੇ ਪਹਿਲਾਂ ਵੀ ਥਾਣੇ ਦੇ ਵਿੱਚ ਜਿਹੜਾ ਬੰਦਾ ਕੁੱਟਿਆ ਗਿਆ ਸੀ ਉਹ ਵੀ ਇਸੇ ਪਿੰਡ ਦਾ ਸੀ। ਅੱਛਾ। ਮਲੇਰਕੋਟਲਾ ਤੋਂ ਜੁਝਾਰ ਟਾਈਮਸ ਲਈ ਪੱਤਰਕਾਰ ਕੁਲਵੰਤ ਸਿੰਘ ਮਹਾਲੀ ਦੀ ਵਿਸ਼ੇਸ਼ ਰਿਪੋਰਟ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋਣ। Facebook ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।